मैं हर वार एक नवीं शुरुआत करनी चाਹਾਂ पर मेरी ਹਾਰ ਦਾ ਡਰ ਮੈਨੂੰ ਹਰ ਵਾਰ ਪਿੱਛੇ ਖਿੱਚ ਲੈਂਦਾ ਹੈ। ਦੋਸਤੋ, ਬਚਪਨ ਤੋਂ ਹੀ ਜਿਸ ਤਰ੍ਹਾਂ ਦੇ ਸਮਾਜ ਵਿੱਚ ਸਾਡੀ ਪਰਵਰਿਸ਼ ਹੋਈ ਹੈ, ਉੱਥੇ ਸਾਨੂੰ ਇਹੀ ਸਿਖਾਇਆ ਗਿਆ ਹੈ ਕਿ ਜ਼ਿੰਦਗੀ ਵਿੱਚ ਕਦੇ ਹਾਰਨਾ ਨਹੀਂ ਹੈ, ਹਮੇਸ਼ਾ ਸਭ ਤੋਂ ਅੱਗੇ ਰਹਿਣਾ ਹੈ। ਇਸ ਤਰ੍ਹਾਂ ਦੇ ਵਿਚਾਰ ਬਚਪਨ ਤੋਂ ਹੀ ਸਾਡੇ ਉੱਤੇ ਥੋਪੇ ਜਾਣ ਦੇ ਕਾਰਨ ਉਸ ਬੱਚੇ ਦੇ ਮਨ ਵਿੱਚ ਹਾਰ ਦੇ ਪ੍ਰਤੀ ਇੱਕ ਡਰ ਪੈਦਾ ਹੋ ਜਾਂਦਾ ਹੈ। ਜਦੋਂ ਵੀ ਅਸੀਂ ਕਿਸੇ ਬੱਚੇ ਨੂੰ ਚੰਗੇ ਅੰਕ ਲਿਆਉਣ ਦੇ ਲਈ ਚਾਕਲੇਟ ਦਿੰਦੇ ਹਾਂ ਤੇ ਖਰਾਬ ਅੰਕ ਲਿਆਉਣ ਦੇ ਲਈ ਉਸ ਨੂੰ ਡਾਂਟਦੇ ਫਟਕਾਰਦੇ ਹਾਂ, ਤਾਂ ਅਸੀਂ ਜਾਣੇ ਅਣਜਾਣੇ ਵਿੱਚ ਉਸ ਦੇ ਮਨ ਵਿੱਚ ਇੱਕ ਡਰ ਪੈਦਾ ਕਰ ਰਹੇ ਹੁੰਦੇ ਹਾਂ। ਤੇ ਕਹਿੰਦੇ ਨੇ ਨਾ ਕਿ ਬੱਚੇ ਦਾ ਮਨ ਤਾਂ ਕੋਰਾ ਕਾਗਜ਼ ਹੁੰਦਾ ਹੈ, ਉਸ ਉੱਤੇ ਤੁਸੀਂ ਜੋ ਲਿਖ ਦਿਓਗੇ ਉਹ ਹਮੇਸ਼ਾ ਦੇ ਲਈ ਛਪ ਜਾਵੇਗਾ। ਉਹ ਬੱਚਾ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ ਕਰਨ ਦੇ ਲਈ ਡਰਦਾ ਰਹੇਗਾ ਤੇ ਇਸ ਦਾ ਜ਼ਿੰਮੇਵਾਰ ਕੌਣ ਹੈ? ਅਸੀਂ ਲੋਕ ਹਾਂ। ਇਸ ਲਈ ਦੋਸਤੋ, ਆਪਣੇ ਬੱਚੇ ਦੇ ਮਨ ਵਿੱਚ ਐਸਾ ਬੀਜ ਬੀਜੋ ਜੋ ਕਦੇ ਵੀ ਹਾਰ ਕੋਲੋਂ ਡਰੇ ਨਾ, ਕਦੇ ਵੀ ਜ਼ਿੰਦਗੀ ਵਿੱਚ ਨਵੀਂ ਸ਼ੁਰੂਆਤ ਕਰਨ ਦੇ ਲਈ ਉਸ ਦੇ ਕਦਮ ਪਿੱਛੇ ਨਾ ਹਟਣ। ਅੱਜ ਜੋ ਮੈਂ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਹਾ ਹਾਂ, ਉਸ ਵਿੱਚ ਤੁਹਾਨੂੰ ਦੋ ਐਸੇ ਸੂਤਰ ਮਿਲਣਗੇ ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਨਵੀਂ ਸ਼ੁਰੂਆਤ ਕਰਨ ਦੇ ਲਈ ਡਰੋਗੇ ਨਹੀਂ, ਬਲਕਿ ਹਰ ਸ਼ੁਰੂਆਤ ਬੜੇ ਹੀ ਜੋਸ਼ ਤੇ ਉਤਸ਼ਾਹ ਦੇ ਨਾਲ ਕਰੋਗੇ। ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਸਮੇਂ ਵਿੱਚ ਜੋ ਲੋਕ ਨੌਕਰੀ ਨਹੀਂ ਕਰਨਾ ਚਾਹੁੰਦੇ, ਉਹਨਾਂ ਦੇ ਕੋਲ ਜ਼ਿੰਦਗੀ ਵਿੱਚ ਪੈਸਾ ਕਮਾਉਣ ਦੇ ਲਈ ਕੁਝ ਹੀ ਵਿਕਲਪ ਬਚਦੇ ਹਨ। ਉਹਨਾਂ ਵਿੱਚੋਂ ਹੀ ਇੱਕ ਵਿਕਲਪ ਹੁੰਦਾ ਹੈ ਰੋਜ਼ਗਾਰ। ਰਾਮ ਦੀ ਵੀ ਹਾਲਤ ਕੁਝ ਐਸੀ ਹੀ ਸੀ। ਐਸਾ ਨਹੀਂ ਹੈ ਕਿ ਉਸਨੇ ਜ਼ਿੰਦਗੀ ਵਿੱਚ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਫਿਰ ਕੋਈ ਚੰਗੀ ਨੌਕਰੀ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਬਚਪਨ ਤੋਂ ਹੀ ਉਹ ਪੜ੍ਹਾਈ ਲਿਖਾਈ ਵਿੱਚ ਇੰਨਾ ਤੇਜ਼ ਨਹੀਂ ਸੀ ਤੇ ਇਸੇ ਕਾਰਨ ਹੀ ਉਸ ਨੂੰ ਚੰਗੀ ਨੌਕਰੀ ਨਹੀਂ ਮਿਲ ਪਾਈ। ਤੇ ਫਿਰ ਜਿਸ ਕੰਮ ਵਿੱਚ ਉਹ ਲੱਗਾ ਸੀ, ਉਸ ਨੂੰ ਉੱਥੇ ਪੈਸੇ ਵੀ ਬਹੁਤ ਘੱਟ ਮਿਲਦੇ ਸਨ ਤੇ ਉਸ ਤੋਂ ਮਿਹਨਤ ਬਹੁਤ ਜ਼ਿਆਦਾ ਕਰਵਾਈ ਜਾਂਦੀ ਸੀ ਤੇ ਉਹਨਾਂ ਪੈਸਿਆਂ ਵਿੱਚ ਉਸ ਦਾ ਆਪਣਾ ਖਰਚਾ ਹੀ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ। ਤਾਂ ਉਹ ਆਪਣੇ ਘਰ ਦਾ ਖਰਚਾ ਕਿਵੇਂ ਚਲਾਉਂਦਾ? ਘਰ ਵਿੱਚ ਉਸ ਦੀ ਪਤਨੀ ਸੀ, ਉਸ ਦੇ 2 ਬੱਚੇ ਸੀ, ਉਸ ਦੇ ਮਾਤਾ ਪਿਤਾ ਸੀ। ਇੰਨੇ ਲੋਕਾਂ ਦਾ ਪੇਟ ਭਰਨਾ, ਉਹ ਵੀ ਇੰਨੀ ਘੱਟ ਕਮਾਈ ਵਿੱਚ, ਉਹ ਵੀ ਇੰਨੀ ਮਹਿੰਗਾਈ ਦੇ ਵਿੱਚ, ਉਸ ਦੇ ਲਈ ਨਾਮੁਮਕਿਨ ਜਿਹਾ ਹੋ ਗਿਆ ਸੀ। ਇਸ ਲਈ ਉਸਨੇ ਇੱਕ ਵਾਰ ਹਿੰਮਤ ਕਰਕੇ ਆਪਣੀ ਨੌਕਰੀ ਛੱਡਣ ਦਾ ਫੈਸਲਾ ਕੀਤਾ ਤੇ ਕਾਰੋਬਾਰ ਕਰਨ ਬਾਰੇ ਸੋਚਿਆ। ਪਰ ਕਾਰੋਬਾਰ ਕਰਨ ਦੇ ਲਈ ਤਾਂ ਪੈਸਾ ਚਾਹੀਦਾ ਸੀ ਤੇ ਉਹ ਉਸ ਦੇ ਕੋਲ ਹੈ ਨਹੀਂ ਸੀ। ਤਾਂ ਉਹ ਕਾਰੋਬਾਰ ਕਿਵੇਂ ਕਰਦਾ? ਇਸ ਲਈ ਉਸਨੇ ਕਾਰੋਬਾਰ ਸ਼ੁਰੂ ਕਰਨ ਦੇ ਲਈ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਪੈਸੇ ਉਧਾਰ ਲਏ। ਉਸਨੇ ਉਸ ਕੰਮ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੇ ਲਈ ਭਰਪੂਰ ਜਾਣਕਾਰੀ ਇਕੱਠੀ ਕਰ ਲਈ। ਇਸ ਲਈ ਉਸ ਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਸੀ ਕਿ ਉਹ ਇਸ ਕੰਮ ਨੂੰ ਇੱਕ ਨਵੀਂ ਉਚਾਈ ਤੇ ਲਿਜਾ ਸਕਦਾ ਹੈ। ਕੰਮ ਸ਼ੁਰੂ ਕਰਨ ਤੋਂ ਬਾਅਦ ਕੁਝ ਦਿਨਾਂ ਤੱਕ ਤਾਂ ਕੰਮ ਪੂਰੇ ਜ਼ੋਰਾਂ ਤੇ ਚੱਲਿਆ, ਪਰ ਕੁਝ ਦਿਨਾਂ ਬਾਅਦ ਉਸ ਦਾ ਕੰਮ ਠੰਡਾ ਪੈ ਗਿਆ ਤੇ ਹੁਣ ਉਸ ਨੂੰ ਇਹੀ ਚਿੰਤਾ ਸਤਾਉਂਦੀ ਰਹਿੰਦੀ ਕਿ ਉਹ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਪੈਸੇ ਕਿੱਥੋਂ ਵਾਪਸ ਕਰੇਗਾ। ਉਸ ਨੂੰ ਬੇਚੈਨੀ ਲੱਗੀ ਰਹਿੰਦੀ, ਉਸ ਨੂੰ ਨੀਂਦ ਆਉਣੀ ਵੀ ਬੰਦ ਹੋ ਗਈ ਤੇ ਇਸੇ ਚਿੰਤਾ ਦੇ ਕਾਰਨ ਉਹ ਹੁਣ ਸ਼ਰਾਬ ਤੇ ਸਿਗਰਟ ਵੀ ਪੀਣ ਲੱਗ ਗਿਆ ਸੀ। ਤੇ ਕਹਿੰਦੇ ਨੇ ਨਾ ਕਿ ਜਦੋਂ ਨਾਸ਼ ਮਨ ਉੱਤੇ ਛਾਉਂਦਾ ਹੈ ਤਾਂ ਪਹਿਲਾਂ ਵਿਵੇਕ ਮਰ ਜਾਂਦਾ ਹੈ। ਮਤਲਬ ਜਦੋਂ ਵੀ ਕਿਸੇ ਨੂੰ ਸਮੱਸਿਆ ਆਣ ਘੇਰਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਵਿਵੇਕ ਯਾਨੀ ਬੁੱਧੀ ਮਰ ਜਾਂਦੀ ਹੈ। ਇਹੀ ਹਾਲ ਰਾਮ ਦਾ ਸੀ। ਇਹੀ ਸਭ ਕੁਝ ਰਾਮ ਦੇ ਨਾਲ ਹੋ ਰਿਹਾ ਸੀ। ਹੁਣ ਉਸਦੇ ਆਪਣੇ ਪਰਿਵਾਰ ਦੇ ਨਾਲ ਵੀ ਲੜਾਈਆਂ ਝਗੜੇ ਵਧਣ ਲੱਗ ਗਏ ਸੀ। ਦਿਨੋਂ ਦਿਨ ਉਸ ਦੀ ਹਾਲਤ ਹੋਰ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਸੀ ਤੇ ਹੁਣ ਉਸਦੇ ਰਿਸ਼ਤੇਦਾਰਾਂ ਤੇ ਦੋਸਤਾਂ ਨੇ ਵੀ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਸੀ। ਪਰ ਉਸਦੇ ਕੋਲ ਤਾਂ ਪੈਸੇ ਬਚੇ ਹੀ ਨਹੀਂ ਸਨ ਤੇ ਜੋ ਥੋੜ੍ਹੇ ਬਹੁਤ ਪੈਸੇ ਬਚੇ ਸਨ ਉਹ ਉਹਨਾਂ ਨੂੰ ਨਸ਼ੇ ਵਿੱਚ ਉਡਾ ਰਿਹਾ ਸੀ। ਤੇ ਜਦੋਂ ਵਾਰ-ਵਾਰ ਮੰਗਣ ਤੇ ਵੀ ਉਸਨੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਪੈਸੇ ਨਹੀਂ ਦਿੱਤੇ ਤਾਂ ਉਹਨਾਂ ਨੇ ਉਸਦੇ ਘਰ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਹੁਣ ਰਾਤ ਦਿਨ ਉਸਦੇ ਘਰ ਕਰਜ਼ਦਾਰਾਂ ਦੀਆਂ ਕਤਾਰਾਂ ਲੱਗਣ ਲੱਗੀਆਂ। ਕੁਝ ਦਿਨਾਂ ਤੱਕ ਤਾਂ ਰਾਮ ਨੇ ਉਹਨਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਹੁਣ ਕੁਝ ਦਿਨਾਂ ਦੇ ਵਿੱਚ ਹੀ ਮੈਂ ਤੁਹਾਨੂੰ ਤੁਹਾਡੇ ਪੈਸੇ ਵਾਪਸ ਕਰ ਦੇਵਾਂਗਾ। ਪਰ ਕੁਝ ਦਿਨਾਂ ਦੇ ਬਾਅਦ ਵੀ ਪੈਸਾ ਆਉਣ ਦੀ ਸੰਭਾਵਨਾ ਉਸ ਨੂੰ ਕਿਤੋਂ ਨਜ਼ਰ ਨਹੀਂ ਆ ਰਹੀ ਸੀ। ਗੱਲ ਹੁਣ ਲੜਾਈ ਝਗੜੇ ਤੱਕ ਪਹੁੰਚਣ ਲੱਗੀ ਸੀ। ਰੋਜ਼ਾਨਾ ਅਲੱਗ-ਅਲੱਗ ਲੋਕਾਂ ਦੇ ਨਾਲ ਗਾਲੀ ਗਲੋਚ ਤੇ ਲੜਾਈ ਝਗੜੇ ਤੋਂ ਰਾਮ ਬਹੁਤ ਪਰੇਸ਼ਾਨ ਹੋ ਗਿਆ ਸੀ। ਉਹ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਅੱਕ ਗਿਆ ਸੀ, ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕਿਆ ਸੀ। ਉਹ ਅਕਸਰ ਇਹੀ ਸੋਚਦਾ ਸੀ ਕਿ ਇਨਸਾਨਾਂ ਤੋਂ ਚੰਗੀ ਤਾਂ ਜਾਨਵਰਾਂ ਦੀ ਜ਼ਿੰਦਗੀ ਹੈ। ਐਸੇ ਖਿਆਲਾਂ ਦੇ ਕਾਰਨ ਉਸਦੇ ਮਨ ਵਿੱਚ ਹੁਣ ਆਤਮ ਹੱਤਿਆ ਦੇ ਖਿਆਲ ਵੀ ਆਉਣ ਲੱਗ ਪਏ ਸਨ। ਪਰ ਆਪਣੇ ਪਰਿਵਾਰ ਨੂੰ ਆਪਣੇ ਉੱਤੇ ਹੀ ਨਿਰਭਰ ਪਾ ਕੇ ਉਹ ਇਹ ਕਦਮ ਉਠਾ ਨਹੀਂ ਪਾਉਂਦਾ ਸੀ ਤੇ ਫਿਰ ਪਰਿਸਥਿਤੀਆਂ ਹੋਰ ਵੀ ਜ਼ਿਆਦਾ ਭਿਆਨਕ ਹੋ ਗਈਆਂ। ਕੁਝ ਦਿਨਾਂ ਦੇ ਬਾਅਦ ਰਾਮ ਦੀ ਪਤਨੀ ਦੀ ਮੌਤ ਹੋ ਗਈ ਤੇ ਹੁਣ ਉਹ ਆਪਣੇ ਬੱਚਿਆਂ ਤੇ ਮਾਤਾ ਪਿਤਾ ਦੇ ਨਾਲ ਇਕੱਲਾ ਹੀ ਰਹਿ ਗਿਆ ਸੀ। ਪਹਿਲਾਂ ਤਾਂ ਉਸਦੀ ਪਤਨੀ ਉਸ ਨੂੰ ਹਿੰਮਤ ਦਿਆ ਕਰਦੀ ਸੀ, ਪਰ ਹੁਣ ਉਸ ਨੂੰ ਹਿੰਮਤ ਦੇਣ ਵਾਲਾ ਕੋਈ ਵੀ ਨਹੀਂ ਸੀ, ਉਸ ਦਾ ਸਾਥ ਦੇਣ ਵਾਲਾ ਕੋਈ ਵੀ ਨਹੀਂ ਸੀ। ਇਸ ਲਈ ਇੱਕ ਰਾਤ ਉਹ ਆਪਣੇ ਬੱਚਿਆਂ ਨੂੰ ਸਵਾਉਣ ਤੋਂ ਬਾਅਦ ਘਰੋਂ ਬਾਹਰ ਨਿਕਲਿਆ ਤੇ ਪਹਾੜੀ ਵੱਲ ਨੂੰ ਚੱਲ ਪਿਆ। ਜਾਣ ਤੋਂ ਪਹਿਲਾਂ ਉਸਨੇ ਆਖਰੀ ਨਜ਼ਰ ਦੇ ਨਾਲ ਆਪਣੇ ਪਰਿਵਾਰ ਨੂੰ ਦੇਖਿਆ ਤੇ ਅੱਖਾਂ ਵਿੱਚ ਹੰਝੂ ਲੈ ਕੇ ਪਹਾੜੀ ਵੱਲ ਨੂੰ ਚੱਲ ਪਿਆ।
ਹੁਣ ਉਹ ਆਪਣੀ ਜ਼ਿੰਦਗੀ ਤੋਂ, ਆਪਣੇ ਸਰੀਰ ਤੋਂ ਆਜ਼ਾਦੀ ਚਾਹੁੰਦਾ ਸੀ। ਇਹ ਆਜ਼ਾਦੀ ਉਸ ਨੂੰ ਮੌਤ ਹੀ ਦਿਵਾ ਸਕਦੀ ਸੀ। ਜਦੋਂ ਉਹ ਪਹਾੜੀ ਦੇ ਵੱਲ ਜਾ ਰਿਹਾ ਸੀ ਤਾਂ ਉਸਨੇ ਰਸਤੇ ਵਿੱਚ ਇੱਕ ਬਲਦੀ ਹੋਈ ਮੁਰਦੇ ਦੀ ਚਿਤਾ ਦੇ ਕੋਲ ਇੱਕ ਬੌਧ ਭਿਕਸ਼ੂ ਨੂੰ ਬੈਠੇ ਦੇਖਿਆ। ਤਾਂ ਰਾਮ ਉਸ ਬੌਧ ਭਿਕਸ਼ੂ ਦੇ ਕੋਲ ਜਾ ਕੇ ਬੋਲਿਆ ਕਿ ਲੱਗਦਾ ਹੈ ਕਿ ਤੁਹਾਡੇ ਕਿਸੇ ਬਹੁਤ ਹੀ ਕਰੀਬੀ ਇਨਸਾਨ ਦੀ ਚਿਤਾ ਜਲ ਰਹੀ ਹੈ। ਇਹ ਸੁਣ ਕੇ ਬੌਧ ਭਿਕਸ਼ੂ ਨੇ ਰਾਮ ਦੇ ਵੱਲ ਦੇਖਿਆ ਤੇ ਮੁਸਕਰਾਉਂਦੇ ਹੋਏ ਬੋਲਿਆ ਕਿ ਨਹੀਂ, ਮੈਂ ਤਾਂ ਇਹ ਜਾਣਦਾ ਵੀ ਨਹੀਂ ਕਿ ਇਹ ਚਿਤਾ ਕਿਸ ਦੀ ਜਲ ਰਹੀ ਹੈ। ਇਹ ਸੁਣ ਕੇ ਰਾਮ ਵੀ ਹੈਰਾਨ ਹੋ ਕੇ ਬੋਲਿਆ, ਤਾਂ ਫਿਰ ਤੁਸੀਂ ਇਸ ਚਿਤਾ ਨੂੰ ਇੰਨੇ ਗੌਰ ਦੇ ਨਾਲ ਕਿਉਂ ਦੇਖ ਰਹੇ ਹੋ? ਇਹ ਸੁਣ ਕੇ ਬੌਧ ਭਿਕਸ਼ੂ ਨੇ ਕਿਹਾ ਕਿ ਮੈਂ ਇਸ ਜਲਦੀ ਹੋਈ ਚਿਤਾ ਨੂੰ ਇੰਨੇ ਗੌਰ ਦੇ ਨਾਲ ਇਸ ਲਈ ਦੇਖ ਰਿਹਾ ਹਾਂ ਕਿਉਂਕਿ ਇਨਸਾਨ ਪੂਰੀ ਜ਼ਿੰਦਗੀ ਜਿੱਤਣ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ, ਇਹ ਪਤਾ ਹੁੰਦੇ ਹੋਏ ਵੀ ਕਿ ਮੌਤ ਸਭ ਤੋਂ ਵੱਡੀ ਹਾਰ ਹੈ। ਜਦੋਂ ਤੁਹਾਨੂੰ ਪਤਾ ਹੈ ਕਿ ਮੌਤ ਨਿਸ਼ਚਿਤ ਹੈ, ਉਹ ਪਰਮ ਸੱਚ ਹੈ, ਅੱਜ ਤੱਕ ਮੌਤ ਨੂੰ ਕੋਈ ਵੀ ਟਾਲ ਨਹੀਂ ਪਾਇਆ, ਤਾਂ ਫਿਰ ਜ਼ਿੰਦਗੀ ਵਿੱਚ ਕਿਸੇ ਵੀ ਜਿੱਤ ਜਾਂ ਹਾਰ ਦੇ ਕੀ ਮਾਇਨੇ ਰਹਿ ਜਾਂਦੇ ਹਨ। ਅਸੀਂ ਕਿੰਨਾ ਵੀ ਕੁਝ ਪਾ ਲਈਏ, ਕਿੰਨਾ ਵੀ ਕੁਝ ਖੋ ਲਈਏ, ਆਖਿਰ ਵਿੱਚ ਆਉਣੀ ਤਾਂ ਮੌਤ ਹੀ ਹੈ ਨਾ। ਇਹ ਸੁਣ ਕੇ ਰਾਮ ਨੇ ਕਿਹਾ, ਮਹਾਤਮਾ ਜੀ, ਪਰ ਮੌਤ ਤਾਂ ਇੱਕ ਵਾਰ ਦਰਦ ਦਿੰਦੀ ਹੈ, ਪਰ ਜ਼ਿੰਦਗੀ ਹਰ ਰੋਜ਼ ਦਰਦ ਦਿੰਦੀ ਹੈ, ਤਾਂ ਐਸੀ ਜ਼ਿੰਦਗੀ ਦੇ ਵੀ ਕੀ ਮਾਇਨੇ ਹਨ? ਇਸ ਉੱਤੇ ਬੌਧ ਭਿਕਸ਼ੂ ਮੁਸਕਰਾਉਂਦੇ ਹੋਏ ਬੋਲੇ, ਤਾਂ ਇਸ ਦਾ ਮਤਲਬ ਹੈ ਕਿ ਜ਼ਿੰਦਗੀ ਤੇ ਮੌਤ ਦੋਹਾਂ ਦੇ ਹੀ ਕੋਈ ਮਾਇਨੇ ਨਹੀਂ ਹਨ, ਦੋਵੇਂ ਹੀ ਇੱਕ ਸਿੱਕੇ ਦੇ ਦੋ ਪਹਿਲੂ ਹਨ। ਪਰ ਜ਼ਰਾ ਤੂੰ ਖੁਦ ਸੋਚ, ਜੇਕਰ ਤੇਰੀ ਮੌਤ ਦੇ ਕੋਈ ਮਾਇਨੇ ਨਹੀਂ ਹਨ ਤਾਂ ਮਰਨ ਤੋਂ ਬਾਅਦ ਤੈਨੂੰ ਕੀ ਹਾਸਲ ਹੋ ਜਾਵੇਗਾ? ਤਾਂ ਫਿਰ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੇ ਨਾਲ ਕੀ ਮਤਲਬ ਹੈ? ਇਹ ਸੁਣ ਕੇ ਰਾਮ ਨੇ ਹੱਥ ਜੋੜੇ ਤੇ ਕਿਹਾ ਕਿ ਮਹਾਤਮਾ ਜੀ, ਮੈਂ ਆਪਣੀ ਜ਼ਿੰਦਗੀ ਤੋਂ ਤੰਗ ਆ ਚੁੱਕਿਆ ਹਾਂ। ਜੇਕਰ ਮੈਂ ਤੁਹਾਨੂੰ ਸੱਚ ਦੱਸਾਂ ਤਾਂ ਮੈਂ ਅੱਜ ਇੱਥੇ ਆਤਮ ਹੱਤਿਆ ਕਰਨ ਵਾਸਤੇ ਹੀ ਆਇਆ ਹਾਂ। ਮੈਂ ਆਪਣੀ ਜ਼ਿੰਦਗੀ ਤੋਂ ਹਾਰ ਗਿਆ ਹਾਂ ਤੇ ਮੌਤ ਹੀ ਮੈਨੂੰ ਆਖਰੀ ਰਸਤਾ ਨਜ਼ਰ ਆਉਂਦੀ ਹੈ। ਇਹ ਸੁਣ ਕੇ ਬੌਧ ਭਿਕਸ਼ੂ ਨੇ ਰਾਮ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਮੈਂ ਤੈਨੂੰ ਦੋ ਐਸੀਆਂ ਗੱਲਾਂ ਦੱਸਦਾ ਹਾਂ ਜਿਸ ਨੂੰ ਸਮਝਣ ਤੋਂ ਬਾਅਦ ਤੈਨੂੰ ਆਪਣੀ ਜ਼ਿੰਦਗੀ ਤੋਂ ਕੋਈ ਵੀ ਸ਼ਿਕਾਇਤ ਨਹੀਂ ਰਹੇਗੀ। ਪਹਿਲੀ ਗੱਲ ਹਮੇਸ਼ਾ ਯਾਦ ਰੱਖੀ, ਹਾਰਦਾ ਉਹੀ ਹੈ ਜੋ ਮੈਦਾਨ ਵਿੱਚ ਖੜਾ ਹੁੰਦਾ ਹੈ, ਜੋ ਕੋਸ਼ਿਸ਼ ਕਰਦਾ ਹੈ। ਜ਼ਿਆਦਾਤਰ ਲੋਕ ਜ਼ਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ ਕਰ ਹੀ ਨਹੀਂ ਪਾਉਂਦੇ, ਕੁਝ ਨਵਾਂ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਇਸ ਲਈ ਉਹ ਜ਼ਿੰਦਗੀ ਦੀਆਂ ਗਹਿਰਾਈਆਂ ਨੂੰ ਸਮਝ ਨਹੀਂ ਪਾਉਂਦੇ। ਉਹਨਾਂ ਨੂੰ ਹਮੇਸ਼ਾ ਇਹੀ ਲੱਗਦਾ ਰਹਿੰਦਾ ਹੈ ਕਿ ਜੇ ਮੈਂ ਨਵੀਂ ਸ਼ੁਰੂਆਤ ਕਰਾਂਗਾ ਤਾਂ ਮੇਰਾ ਨੁਕਸਾਨ ਹੋ ਜਾਵੇਗਾ, ਤੇ ਇਸੇ ਨੁਕਸਾਨ ਦੇ ਡਰ ਦੇ ਕਾਰਨ ਆਪਣੀ ਜ਼ਿੰਦਗੀ ਵਿੱਚ ਉਹ ਕਦੇ ਕੁਝ ਨਵਾਂ ਨਹੀਂ ਕਰ ਪਾਉਂਦੇ। ਪਰ ਜ਼ਰਾ ਸੋਚੋ, ਜੇਕਰ ਘੜੇ ਵਿੱਚ ਪਾਣੀ ਹੀ ਨਾ ਭਰਿਆ ਗਿਆ ਤਾਂ ਫਿਰ ਘੜਾ ਕਿਸ ਕੰਮ ਦਾ ਹੈ? ਜੇਕਰ ਜ਼ਿੰਦਗੀ ਵਿੱਚ ਜ਼ਿੰਦਗੀ ਦੀਆਂ ਗਹਿਰਾਈਆਂ ਤੱਕ ਡੁੱਬਿਆ ਹੀ ਨਾ ਗਿਆ ਤਾਂ ਫਿਰ ਕੀ ਫਾਇਦਾ ਹੈ ਐਸੀ ਜ਼ਿੰਦਗੀ ਦਾ, ਤੇ ਕੀ ਫਾਇਦਾ ਹੈ ਐਸੇ ਸਰੀਰ ਦਾ? ਇਸ ਲਈ ਕਦੇ ਵੀ ਜ਼ਿੰਦਗੀ ਵਿੱਚ ਨਵੀਂ ਸ਼ੁਰੂਆਤ ਕਰਦੇ ਸਮੇਂ ਡਰੋ ਨਾ, ਘਬਰਾਓ ਨਾ। ਜ਼ਿਆਦਾ ਤੋਂ ਜ਼ਿਆਦਾ ਕੀ ਹੋ ਜਾਵੇਗਾ? ਤੁਸੀਂ ਹਾਰ ਹੀ ਜਾਓਗੇ ਨਾ। ਪਰ ਹਾਰਨ ਦੇ ਲਈ ਵੀ ਤੁਹਾਨੂੰ ਇੱਕ ਕਦਮ ਅੱਗੇ ਵਧਾਉਣਾ ਪਵੇਗਾ, ਤੇ ਜੇਕਰ ਤੁਸੀਂ ਹਾਰ ਦੇ ਡਰ ਦੇ ਕਾਰਨ ਉੱਥੇ ਹੀ ਖੜੇ ਰਹਿ ਗਏ ਤਾਂ ਜ਼ਿੰਦਗੀ ਦੇ ਅੰਤ ਵਿੱਚ ਤੁਹਾਨੂੰ ਇਹੀ ਅਫਸੋਸ ਹੋਵੇਗਾ ਕਿ ਪੂਰਾ ਮੈਦਾਨ ਮੇਰੇ ਸਾਹਮਣੇ ਸੀ ਤੇ ਮੈਂ ਖੇਲ ਹੀ ਨਹੀਂ ਪਾਇਆ, ਬਸ ਹਾਰਨ ਤੋਂ ਹੀ ਡਰਦਾ ਰਿਹਾ। ਪਰ ਫਿਰ ਕੀ ਫਾਇਦਾ ਜਦ ਚਿੜੀਆ ਚੁੱਗ ਗਈ ਖੇਤ? ਮਤਲਬ ਵੇਲਾ ਲੰਘੇ ਤੇ ਪਛਤਾਉਣ ਦਾ ਕੋਈ ਵੀ ਫਾਇਦਾ ਨਹੀਂ ਹੈ। ਇਸ ਲਈ ਜੇਕਰ ਕੱਲ ਨੂੰ ਪਛਤਾਉਣਾ ਨਹੀਂ ਹੈ ਤਾਂ ਆਪਣੇ ਮਨ ਵਿੱਚੋਂ ਹਾਰ ਦਾ ਡਰ ਕੱਢ ਦਿਓ। ਭੁੱਲ ਜਾਓ ਕਿ ਸਮਾਜ ਕੀ ਕਹੇਗਾ, ਤੁਸੀਂ ਆਪਣੇ ਮਨ ਦੀ ਸੁਣੋ। ਜੇਕਰ ਤੁਹਾਨੂੰ ਪੂਰਾ ਵਿਸ਼ਵਾਸ ਹੈ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਕੰਮ ਨੂੰ, ਕਿਸੇ ਰੋਜ਼ਗਾਰ ਨੂੰ ਚੰਗੇ ਤਰੀਕੇ ਦੇ ਨਾਲ ਕਰ ਸਕਦੇ ਹੋ, ਉਸ ਨੂੰ ਸ਼ੁਰੂ ਕਰਨ ਵਿੱਚ ਕਦੇ ਵੀ ਘਬਰਾਓ ਨਾ, ਕਦੇ ਵੀ ਡਰੋ ਨਾ। ਨਹੀਂ ਤਾਂ ਜ਼ਿੰਦਗੀ ਭਰ ਤੁਹਾਨੂੰ ਇਹੀ ਅਫਸੋਸ ਰਹੇਗਾ ਕਿ ਮੈਂ ਕਰ ਸਕਦਾ ਸੀ ਪਰ ਡਰ ਦੇ ਕਾਰਨ ਮੈਂ ਸ਼ੁਰੂਆਤ ਹੀ ਨਹੀਂ ਕਰ ਪਾਇਆ। ਤੇ ਦੂਜੀ ਗੱਲ ਉਹ ਇਹ ਹੈ ਕਿ ਹਾਰ ਕੇ ਵੀ ਕੋਈ ਇਨਸਾਨ ਜ਼ਿੰਦਗੀ ਦੇ ਖੇਲ ਵਿੱਚੋਂ ਬਾਹਰ ਨਹੀਂ ਹੁੰਦਾ। ਮੌਤ ਤੋਂ ਪਹਿਲਾਂ ਜ਼ਿੰਦਗੀ ਤੁਹਾਨੂੰ ਅਣਗਿਣਤ ਮੌਕੇ ਦਿੰਦੀ ਹੈ, ਪਰ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੇ ਮੌਕੇ ਲੱਭ ਪਾਉਂਦੇ ਹੋ। ਜ਼ਿੰਦਗੀ ਇੱਕ ਐਸਾ ਖੇਲ ਹੈ ਜਿੱਥੇ ਹਾਰ ਕੇ ਵੀ ਕੋਈ ਇਨਸਾਨ ਖੇਲ ਵਿੱਚੋਂ ਬਾਹਰ ਨਹੀਂ ਹੁੰਦਾ। ਜੇਕਰ ਅਸੀਂ ਇੱਕ ਵਾਰੀ ਹਾਰ ਗਏ ਤਾਂ ਸਾਨੂੰ ਦੁਬਾਰਾ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ। ਪਰ ਪਹਿਲੀ ਵਾਲੀ ਹਾਰ ਦਾ ਡਰ ਸਾਡੇ ਮਨ ਵਿੱਚ ਬੈਠ ਜਾਂਦਾ ਹੈ, ਜਿਸ ਦੇ ਕਾਰਨ ਅਸੀਂ ਨਵੀਂ ਸ਼ੁਰੂਆਤ ਕਰ ਹੀ ਨਹੀਂ ਪਾਉਂਦੇ। ਤੁਹਾਨੂੰ ਜ਼ਿੰਦਗੀ ਵਿੱਚ ਚਾਹੇ ਜਿੰਨੀ ਮਰਜ਼ੀ ਹਾਰ ਮਿਲੇ ਦੋਸਤੋ, ਪਰ ਤੁਸੀਂ ਕਦੇ ਵੀ ਹਾਰ ਨਾ ਮੰਨਿਓ, ਕਿਉਂਕਿ ਤੁਹਾਡੀ ਜ਼ਿੰਦਗੀ ਤੁਹਾਨੂੰ ਅਣਗਿਣਤ ਮੌਕੇ ਹੋਰ ਦੇਵੇਗੀ, ਤੁਹਾਨੂੰ ਦੁਬਾਰਾ ਤੋਂ ਉੱਪਰ ਉੱਠਣ ਦੇ ਨਵੇਂ-ਨਵੇਂ ਰਸਤੇ ਦਿਖਾਵੇਗੀ। ਪਰ ਤੁਸੀਂ ਕਦੇ ਵੀ ਜ਼ਿੰਦਗੀ ਤੋਂ ਨਿਰਾਸ਼ ਨਾ ਹੋਇਓ। ਆਖਿਰ ਵਿੱਚ ਤਾਂ ਇਹ ਸਰੀਰ ਖਾਕ ਹੋ ਹੀ ਜਾਣਾ ਹੈ। ਸਭ ਕੁਝ ਹਾਰ ਕੇ, ਇੱਥੇ ਸਭ ਕੁਝ ਛੱਡ ਕੇ ਚਲੇ ਹੀ ਜਾਣਾ ਹੈ, ਤਾਂ ਫਿਰ ਅਸੀਂ ਜਿਉਂਦੇ ਜੀ ਕਿਉਂ ਹਾਰ ਮੰਨੀਏ? ਪਰ ਘੱਟੋ ਘੱਟ ਅਸੀਂ ਆਪਣੇ ਜੀਵਨ ਨੂੰ ਕੋਸ਼ਿਸ਼ ਦਾ ਇੱਕ ਸਾਗਰ ਤਾਂ ਬਣਾ ਸਕਦੇ ਹਾਂ। ਚਲੋ ਮੰਨ ਲਿਆ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਖੱਟਿਆ, ਕੁਝ ਵੀ ਹਾਸਲ ਨਹੀਂ ਕੀਤਾ, ਪਰ ਅਸੀਂ ਜ਼ਿੰਦਗੀ ਵਿੱਚ ਕੋਸ਼ਿਸ਼ਾਂ ਤਾਂ ਕੀਤੀਆਂ, ਜੀਵਨ ਦਾ ਅਨੁਭਵ ਤਾਂ ਕੀਤਾ। ਘੱਟੋ ਘੱਟ ਜ਼ਿੰਦਗੀ ਤੋਂ ਖਾਲੀ ਹੱਥਾਂ ਨਹੀਂ ਜਾ ਰਹੇ। ਇਸ ਲਈ ਫਿਕਰ ਨੂੰ ਅੱਜ ਤੋਂ ਹੀ ਅੱਗ ਲਗਾ ਦਿਓ ਤੇ ਇੱਕ ਨਵੀਂ ਸ਼ੁਰੂਆਤ ਕਰੋ, ਤਾਂ ਤੁਸੀਂ ਦੇਖੋਗੇ ਕਿ ਨਵੀਂ ਸ਼ੁਰੂਆਤ ਤੁਹਾਨੂੰ ਇੱਕ ਨਵਾਂ ਹੌਸਲਾ ਦੇਵੇਗੀ। ਮਨ ਦੇ ਹਾਰੇ ਹਾਰ ਹੈ, ਮਨ ਦੇ ਜੀਤੇ ਜੀਤ।
ਇਸ ਲਈ ਆਪਣੇ ਮਨ ਵਿੱਚ ਨਵੀਆਂ ਉਮੰਗਾਂ ਭਰੋ, ਨਵਾਂ ਉਤਸ਼ਾਹ ਭਰੋ, ਜੋਸ਼ ਭਰੋ ਤੇ ਇੱਕ ਨਵੀਂ ਸ਼ੁਰੂਆਤ ਕਰੋ ਤੇ ਆਪਣੀਆਂ ਮੰਜ਼ਿਲਾਂ ਨੂੰ ਹਾਸਲ ਕਰੋ। ਦੋਸਤੋ, ਕਦੇ ਵੀ ਆਪਣੇ ਮਨ ਨੂੰ ਡੁਲਾਓ ਨਾ, ਕਦੇ ਵੀ ਆਪਣੀ ਜ਼ਿੰਦਗੀ ਤੋਂ ਨਿਰਾਸ਼ ਨਾ ਹੋਵੋ। ਹਮੇਸ਼ਾ ਇੱਕ ਨਵੀਂ ਸ਼ੁਰੂਆਤ ਕਰੋ। ਜਦੋਂ ਵੀ ਤੁਹਾਡਾ ਮਨ ਕਿਸੇ ਕੰਮ ਦੇ ਵਿੱਚ ਨਾ ਲੱਗੇ ਜਾਂ ਕਿਸੇ ਕੰਮ ਤੋਂ ਅੱਕ ਜਾਵੇ ਤਾਂ ਬਾਣੀ ਦੇ ਇਹ ਲਫ਼ਜ਼ ਜ਼ਰੂਰ ਯਾਦ ਰੱਖਿਓ ਕਿ ਹਿੰਮਤ ਕਰੇ ਅਗਰ ਮਰਦਾਂ ਤੋਂ ਮਦਦ ਖੁਦਾ, ਅਰਥਾਤ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਤਾਂ ਦੋਸਤੋ, ਉਸ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਫਿਰ ਤੋਂ ਮਿਹਨਤ ਕਰੋ, ਫਿਰ ਤੋਂ ਇੱਕ ਨਵੀਂ ਉਮੰਗ ਆਪਣੇ ਮਨ ਦੇ ਵਿੱਚ ਭਰੋ, ਫਿਰ ਤੋਂ ਜੋਸ਼ ਭਰੋ, ਇੱਕ ਨਵੀਂ ਸ਼ੁਰੂਆਤ ਕਰੋ। ਦੇਖਿਓ, ਪਰਮਾਤਮਾ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਜ਼ਰੂਰ ਦੇਵੇਗਾ, ਤੁਹਾਨੂੰ ਤੁਹਾਡੀ ਮੰਜ਼ਿਲ ਤੇ ਜ਼ਰੂਰ ਪਹੁੰਚਾਵੇਗਾ। ਸੋ ਦੋਸਤੋ, इसी जन्म में ये दो काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। ਸੋ ਦੋਸਤੋ, ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।